परम सत्कारयोग सतगुरां दी साजी निवाजी गुरु रूप प्यारी गुरु सवारी साध संगत जी, आप सारियां संगतां परमेश्वर दे चरणां कमलां विच पहुँच करके अपने इस सच्चे जीवन दे कुछ पल कुछ घड़ियां सफलियां करन दे यतन करते हाँ। परमेश्वर ने महान बख्शिश हर एक प्राणी के उपर की है कि आपो अपनी बोली दे नाल आपो अपनी मत दे नाल परमेश्वर का नाम हर कोई प्राणी लै रहा है। मनुख की जिंदगी एक अहम मन्नी है, क्योंकि कुछ जिंदगियां मनुख तो पिछे हैं, कुछ जिंदगियां मनुख तो अगे ने। हर एक मनुख का सवाल है कि जिंदगी दे विच इतने दुख क्यों ने। हालांकि पशु बड़े सुखी वसदे ने, देवतियां दा आनंदमई जीवन है। कुछ पशु मनुख तो बड़े पिछां ने, जिन्हां दे कोल मन की अवस्था बिल्कुल भी नहीं है। कुछ पशु सियाणप रखते हैं और सुख दुख नूं बड़ा महसूस करते ने। घोड़ा है, हाथी है, गऊ है, इत्यादि इसलिए बहुते पशु ऐसे ने जिन्हां दे मांस खाण ते बहुत वड्डा विवाद खड़ा हो जाता है, क्योंकि बहुते पशु सियाणप रखते ने अपने कोल अते बहुते पशु ने जिहड़े उन्हां नूं बिल्कुल भी सुख दुख का नहीं पता। जिस तरह सृष्टि दे विच परमात्मा ने भोजन बख्शिया, वो भोजन भी वैसा ही खा रहे ने। लम्मे टाइम तो लेके गऊ घाह खा रही है, शेर कच्चा मांस खा रहे हैं, घोड़ा घाह खा रहा है। कुछ सारे पशु सियाणे नहीं अते सारे पागल भी नहीं। ये तो सी मनुख तो पिछां दी जिंदगी। कुछ जीवन मनुख तो बहुत ज़्यादा उच्चे ने, जिसनों असीं देवतियां दा जीवन कहने आ। देवतियां दा जिहड़ा जीवन है ये सुख अते दुख तो उपर दा जीवन है, वो आनंद दे विच जिउंदे ने। उन्हां दा जिहड़ा जीवन है वो आनंदमई है। हुण जिहड़ा विचकार रह गया, ये रह गया मनुख। एक ते पिछे खड़े हैं
ਇੱਕ ਮੰਜ਼ਲ 'ਤੇ ਪਹੁੰਚ ਗਏ, ਇੱਕ ਹਜੇ ਪੈਂਡਾ ਤੈਅ ਕਰ ਰਹੇ ਨੇ, ਸਫ਼ਰ ਤੈਅ ਕਰ ਰਹੇ ਹਨ। ਜਿਹੜਾ ਪੈਂਡਾ ਤੈਅ ਕਰ ਰਹੇ ਨੇ, ਰਸਤੇ 'ਤੇ ਚੱਲ ਰਹੇ ਨੇ, ਇਹਨੂੰ ਮਨੁੱਖ ਦੀ ਜ਼ਿੰਦਗੀ ਕਿਹਾ ਹੈ। ਤੋ ਰਸਤੇ 'ਤੇ ਚੱਲਣ ਵਾਸਤੇ ਮਿੱਟੀ ਘੱਟਾ ਵੀ ਮਨੁੱਖ 'ਤੇ ਪੈਂਦਾ, ਰਸਤੇ ਦੇ ਵਿੱਚ ਰੁਕਾਵਟਾਂ ਵੀ ਬੜੀਆਂ ਹਨ, ਬੜਾ ਕੁਛ ਇਸ ਰਸਤੇ 'ਤੇ ਚੱਲ ਰਿਹਾ ਹੈ। ਇਸ ਨੂੰ ਹੀ ਸੁੱਖ ਦੁੱਖ ਕਹਿੰਦੇ ਹਨ। ਇਸ ਵਾਸਤੇ ਹਰ ਇੱਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕਦੇ ਸੁੱਖ ਆ ਗਏ, ਕਦੇ ਦੁੱਖ ਆ ਗਏ, ਦੁੱਖ ਚਲੇ ਗਏ, ਫਿਰ ਸੁੱਖ ਆ ਗਏ। ਕਿਉਂਕਿ ਨਾ ਤੇ ਮਨੁੱਖ ਪਿੱਛੇ ਖੜ੍ਹਾ ਹੈ ਪਸ਼ੂਆਂ ਦੀ ਤਰ੍ਹਾਂ, ਨਾ ਹਜੇ ਤੱਕ ਮਨੁੱਖ ਆਪਣੀ ਮੰਜ਼ਿਲ 'ਤੇ ਪਹੁੰਚਿਆ ਦੇਵਤਿਆਂ ਦੀ ਤਰ੍ਹਾਂ। ਮਨੁੱਖ ਦੀ ਜ਼ਿੰਦਗੀ ਹਜੇ ਪੈਂਡਾ ਤੈਅ ਕਰ ਰਹੇ ਨੇ, ਰਸਤੇ ਵਿੱਚ ਚੱਲ ਰਿਹਾ ਹੈ। ਰਸਤੇ ਵਿੱਚ ਜਿਹੜਾ ਚੱਲ ਰਿਹਾ ਹੈ, ਇਹਨੂੰ ਕਹਿੰਦੇ ਨੇ ਮਾਰਗ 'ਤੇ ਚੱਲਣ ਵਾਲੇ ਨੂੰ ਪਾਂਧੀ, ਪੰਥੀ। ਇਸ ਨੂੰ ਪਾਂਧੀ ਕਹਿੰਦੇ ਨੇ ਕਿ ਰਸਤੇ 'ਤੇ ਚੱਲ ਰਿਹਾ ਹੈ। ਚੱਲਦਾ ਚੱਲਦਾ ਮਨੁੱਖ ਥੱਕਦਾ ਵੀ ਹੈ, ਰਸਤੇ ਦੀਆਂ ਬਹੁਤ ਸਾਰੀਆਂ ਰੁਕਾਵਟਾਂ ਵੀ ਨੇ। ਔਰ ਜਦ ਇਹ ਮਾਰਗ 'ਤੇ ਚੱਲਦਾ ਹੈ, ਬਹੁਤ ਸਾਰੇ ਮਨੁੱਖ ਦੁੱਖਾਂ ਤੋਂ ਭੈ ਭੀਤ ਹੋ ਕੇ ਡਰ ਕੇ ਰੁਕ ਜਾਂਦੇ ਨੇ। ਉਹ ਨਾ ਤੇ ਫਿਰ ਪਿਛਾਂਹ ਵਾਲੀ ਜ਼ਿੰਦਗੀ ਦੇ ਵਿੱਚ ਰਹਿੰਦੇ ਨੇ, ਨਾ ਅਗਾਹਾਂ ਦੇਵਤਿਆਂ ਦੀ ਜ਼ਿੰਦਗੀ ਵਿੱਚ ਜਾਂਦੇ ਨੇ। ਉਹਨਾਂ ਦਾ ਜੀਵਨ ਅੱਧ ਵਿਚਕਾਰ ਰਹਿ ਜਾਂਦਾ ਹੈ, ਵਿਚਕਾਰ ਰਹਿ ਜਾਂਦਾ ਹੈ। ਅੱਧ ਵਿਚਕਾਰ ਦੀ ਜਿਹੜੀ ਜ਼ਿੰਦਗੀ ਹੈ, ਬਿਹਤਰ ਇਹੀ ਹੈ, ਕਹਿੰਦੇ ਅੱਧ ਵਿਚਕਾਰ ਨਾ ਰਹੇ, ਭਾਵੇਂ ਤੇ ਪਿਛਾਂਹ ਵਾਲੀ ਜ਼ਿੰਦਗੀ। ਕਿਉਂਕਿ ਪਸ਼ੂਆਂ ਦੇ ਵਿੱਚ ਸਾਰੇ ਮਨੁੱਖ ਰਸਤੇ 'ਤੇ ਚੱਲਣ ਵਾਲੇ ਸਿਆਣੇ ਨਹੀਂ ਹੁੰਦੇ, ਔਰ ਸਾਰੇ ਪਸ਼ੂ ਜਿਹੜੇ ਨੇ ਉਹ ਪਾਗਲ ਨਹੀਂ ਹੁੰਦੇ। ਪਸ਼ੂਆਂ ਦੀ ਸ਼੍ਰੇਣੀ ਦੇ ਵਿੱਚ ਜਿਹੜੇ ਹਾਥੀ ਨੇ, ਅਸੀਂ ਗੁਰਬਾਣੀ ਨੂੰ ਪੜ੍ਹਦੇ ਸੁਣਦੇ ਹਾਂ। ਹਾਥੀ ਦੇ ਪ੍ਰਮਾਣ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਾਂ ਹੋਰ ਪਾਤਸ਼ਾਹੀਆਂ ਨੇ ਬੜੇ ਪ੍ਰਮਾਣ ਹਾਥੀ ਦੇ ਗੁਰਬਾਣੀ ਵਿੱਚ ਦਰਜ ਕੀਤੇ ਹਨ। ਕਿ ਹਾਥੀ ਦਾ ਜਿਹੜਾ ਜੀਵਨ ਹੈ, ਇਹ ਬਹੁਤ ਵੱਡੀ ਸਿਆਣਪ ਆਪਣੇ ਕੋਲ ਰੱਖਦਾ ਹੈ। ਬਹੁਤ ਵੱਡੀ ਸਿਆਣਪ ਇਹ ਆਪਣੇ ਕੋਲ ਰੱਖਦਾ ਹੈ। ਆਪ ਜੀ ਦੇ ਸ਼ਾਇਦ ਚੇਤੇ ਹੋਵੇ ਕਿ ਜਦੋਂ ਰਤਨ ਰਾਏ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਅਨੰਦਪੁਰ ਸਾਹਿਬ ਆਏ ਸਨ, ਅਤੇ ਉਹਨਾਂ ਨੇ 5 ਸ਼ਾਸਤਰ ਲਿਆਂਦੇ ਸਨ, ਜਿਨ੍ਹਾਂ ਦੇ ਵਿੱਚ ਪੰਚਕੂਲਾ ਸ਼ਾਸਤਰ ਇਤਿਆਦਿਕ ਵਸਤੂਆਂ ਮਹਾਰਾਜ ਵਾਸਤੇ ਲੈ ਕੇ ਆਏ ਸੀ। ਉਹਨਾਂ ਦੇ ਵਿੱਚ ਇੱਕ ਪ੍ਰਸਾਦੀ ਹਾਥੀ ਵੀ ਲੈ ਕੇ ਆਇਆ ਸੀ ਰਤਨ ਰਾਏ ਰਾਜਾ। ਹਾਥੀ ਦਾ ਜੀਵਨ, ਜਦ ਮਹਾਤਮਾ ਬੁੱਧ ਜੀ ਜੰਗਲ ਦੇ ਵਿੱਚ ਤਪੱਸਿਆ ਕਰਦੇ ਸਨ, ਅਤੇ ਉਹਨਾਂ ਦੇ ਜੰਗਲ ਦੇ ਵਿੱਚ ਹੀ ਕੋਲ ਇੱਕ ਹਾਥੀ ਵੀ ਰਹਿੰਦਾ ਸੀ। ਉਹ ਹਾਥੀ ਆਪਣੇ ਸੁੰਡ ਦੇ ਨਾਲ ਗੜਵਾ ਚੁੱਕ ਲੈਂਦਾ ਅਤੇ ਨਿਰੰਜਨਾ ਨਦੀ ਤੋਂ ਗੜਵਾ ਭਰ ਕੇ ਮਹਾਤਮਾ ਬੁੱਧ ਦੇ ਅੱਗੇ ਰੱਖ ਦਿੰਦਾ ਸੀ। ਜੰਗਲ ਦੇ ਵਿੱਚ ਜਦ ਸਿਮਰਨ ਬੰਦਗੀ ਮਹਾਤਮਾ ਬੁੱਧ ਜੀ ਕਰਦੇ ਸਨ, ਅੱਗਿਓਂ ਰੱਖ ਦਿੰਦਾ ਸੀ ਮਹਾਤਮਾ ਬੁੱਧ ਦੇ। ਜਦ ਰਾਤ ਪੈਂਦੀ ਤੇ ਮਹਾਤਮਾ ਬੁੱਧ ਦੇ ਨੇੜੇ ਇਹੋ ਹਾਥੀ ਸੀ ਜਿਹੜਾ ਉਹ ਬੈਠ ਜਾਂਦਾ ਸੀ, ਤਾਂ ਕਿ ਜੰਗਲ ਦਾ ਕੋਈ ਵੀ ਜਾਨਵਰ
ਇਹਨਾਂ ਨੂੰ ਰਾਤ ਦੇ ਸਮੇਂ ਤੰਗ ਨਾ ਕਰੇ, ਪਰੇਸ਼ਾਨ ਨਾ ਕਰੇ। ਉਹਨਾਂ ਦੇ ਕੋਲ ਬੈਠ ਜਾਂਦਾ ਸੀ। ਦਿਨ ਦੇ ਸਮੇਂ ਸੇਵਾ ਕਰਦਾ ਤੇ ਰਾਤ ਨੂੰ ਮਹਾਤਮਾ ਬੁੱਧ ਦੀ ਰਾਖੀ ਕਰਦਾ ਸੀ। ਜਿਸ ਦਿਨ ਮਹਾਤਮਾ ਬੁੱਧ ਜੀ ਉਸ ਜੰਗਲ ਦੇ ਵਿੱਚੋਂ ਜਾਣ ਲੱਗੇ, ਬੜਾ ਤੜਫਿਆ। ਅਕਸਰ ਮਹਾਤਮਾ ਬੁੱਧ ਜੀ ਜੰਗਲ ਦੇ ਵਿੱਚੋਂ ਚਲੇ ਗਏ। ਉਸ ਹਾਥੀ ਨੇ ਕੁਝ ਖਾਧੇ ਪੀਤੇ ਬਿਨਾ ਤੜਫ ਤੜਫ ਕੇ ਆਪਣੀ ਜਾਨ ਦੇ ਦਿੱਤੀ ਸੀ। ਕਹਿਣ ਲੱਗਿਆ, ਮੈਂ ਮਨੁੱਖਾਂ ਦੇ ਵਿਚਕਾਰ ਨਹੀਂ ਰਹਿਣਾ ਚਾਹੁੰਦਾ, ਮੈਂ ਤੇ ਤੁਹਾਡੇ ਵਰਗੇ ਮਹਾਤਮਾ ਦੇ ਕੋਲ ਰਹਿਣਾ ਚਾਹੁੰਦਾ ਸੀ। ਤੜਫ ਤੜਫ ਕੇ ਉਸਨੇ ਆਪਣੀ ਜਾਨ ਦੇ ਦਿੱਤੀ ਸੀ। ਮਾਲਵੇ ਦੇ ਇਲਾਕੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਹਵੇਲੀ ਵੱਲ ਜਾ ਰਹੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਘੋੜਾ ਸੀ ਜਿਹੜਾ ਉਹ ਰੁਕ ਗਿਆ। ਕੁਝ ਸਮਾਂ ਗੁਰੂ ਸਾਹਿਬ ਨੇ ਯਤਨ ਕੀਤੇ, ਨਹੀਂ ਤੁਰਿਆ। ਉਤਰ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਖਦੇ ਨੇ ਘੋੜੇ ਤੋਂ ਕਿ ਸ਼ਾਇਦ ਕੋਈ ਚੋਟ ਲੱਗ ਗਈ ਹੋਵੇ। ਘੋੜੇ ਨੂੰ ਦੇਖ ਕੇ ਇੱਕਦਮ ਫੇਰ ਕਾਠੀ 'ਤੇ ਬੈਠ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਘੋੜੇ ਨੂੰ ਵਾਪਸ ਮੋੜਿਆ। ਘੋੜਾ ਚੱਲ ਪਿਆ, ਦੌੜ ਰਿਹਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਿੰਘ ਪੁੱਛਣ ਲੱਗੇ, ਮਹਾਰਾਜ ਹਵੇਲੀ ਤੇ ਬਹੁਤ ਨੇੜੇ ਸੀ, ਹੁਣ ਜਾਣਾ ਤੇ ਇਸ ਹਵੇਲੀ ਦੇ ਵਿੱਚ ਹੈ, ਪਰ ਹੁਣ ਦੂਰ ਦੀ ਸਫ਼ਰ ਤੈਅ ਕਰਕੇ ਆਉਣਾ ਪਊਗਾ, ਬਹੁਤ ਨੇੜੇ ਸੀ ਹਵੇਲੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਐ ਸਿੰਘੋ, ਜਿਹੜਾ ਇਹ ਧਰਤੀ ਹੈ, ਇਸ ਧਰਤੀ ਦੇ ਵਿੱਚ ਅੱਜ ਤੋਂ ਕੁਝ ਸਾਲ ਪਹਿਲਾਂ ਤੰਬਾਕੂ ਬੀਜਿਆ ਗਿਆ ਸੀ ਤੇ ਉਹ ਤੰਬਾਕੂ ਦੀ ਦੁਰਗੰਧ ਹਜੇ ਵੀ ਇਸ ਧਰਤੀ ਦੇ ਵਿੱਚ ਹੈ। ਇਸ ਕਰਕੇ ਤੰਬਾਕੂ ਵਾਲੀ ਜਗ੍ਹਾ ਵਿੱਚ ਦੀ ਸਾਡਾ ਘੋੜਾ ਜਿਹੜਾ ਹੈ ਨਹੀਂ ਲੰਘਣਾ ਚਾਹੁੰਦਾ ਸੀ। ਤਾਂ ਘੋੜੇ ਨੂੰ ਇਸ ਗੱਲ ਦਾ ਗਿਆਨ ਆਪਣੇ ਆਪ ਆ ਗਿਆ ਸੀ। ਪਸ਼ੂਆਂ ਦੀ ਸ਼੍ਰੇਣੀ ਵਿੱਚ ਬਹੁਤ ਪਸ਼ੂ ਐਸੇ ਨੇ ਜਿਹੜੇ ਬਹੁਤ ਸਿਆਣਪਾਂ ਆਪਣੇ ਕੋਲ ਰੱਖਦੇ ਨੇ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਐ ਸੱਜਣਾ, ਦੇਖੀ ਕਦੇ ਤੂੰ ਮਨੁੱਖ ਤੇ ਤੈਨੂੰ ਪਰਮਾਤਮਾ ਨੇ ਅਕਾਲ ਪੁਰਖ ਨੇ ਬਣਾ ਕੇ ਭੇਜਿਆ, ਤੂੰ ਕਰਮ ਕਿਤੇ ਪਸ਼ੂਆਂ ਵਾਲੇ ਨਾ ਕਰਨ ਲੱਗ ਜੀ। ਕਰਮ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਜਿਤਨੇ ਤੂੰ ਆਪਣੇ ਕਰਮ ਕਰ ਰਹੇ ਹੈ, ਇਹ ਕਰਮ ਧਿਆਨ ਦੇ ਨਾਲ ਕਰੀ, ਇਸ 'ਤੇ ਧਿਆਨ ਦਿਆ ਕਰ, ਕਿਤੇ ਇਹ ਪਸ਼ੂਆਂ ਵਾਲੇ ਕਰਮ 'ਤੇ ਨਹੀਂ ਕਰ ਰਿਹਾ। ਕਿਉਂਕਿ ਅਗਾਹਾਂ ਨੂੰ ਜਾਣਾ ਬੜਾ ਕਠਿਨ ਹੈ, ਪਿਛਾਂ ਨੂੰ ਮੁੜ ਕੇ ਆਉਣਾ, ਵਾਪਸ ਆਉਣਾ ਬੜਾ ਸੌਖਾ ਹੈ। ਨਿਮਾਣ ਦੀ ਤਰਫ ਜਾਣਾ ਬੜਾ ਸੌਖਾ ਹੈ, ਗੁਣਾਂ ਵਾਲੇ ਪਾਸੇ ਜਾਣਾ ਤੇ ਬੜਾ ਔਖਾ ਹੈ। ਔਗਣਾਂ ਵਾਲੇ ਪਾਸੇ ਤੇ ਮਨੁੱਖ ਆਪਣੇ ਆਪ ਹੀ ਚਲਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਵਿੱਤਰ ਗੁਰਬਾਣੀ ਆਖਦੀ ਹੈ, ਸੱਜਣਾ, ਕਿ ਜਿਤਨਾ ਸਮਾਂ ਤੈਨੂੰ ਪਰਮਾਤਮਾ ਨੇ ਜ਼ਿੰਦਗੀ ਬਖਸ਼ਿਸ਼ ਕੀਤੀ ਹੈ, ਉਤਨਾ ਸਮੇਂ ਦਾ ਇੱਕ ਪਲ ਵੀ ਆਪਣਾ ਬਰਬਾਦ ਨਾ ਕਰੀ। ਇਸ ਮਾਰਗ 'ਤੇ ਚੱਲਦਾ ਰਹੀ, ਕਿਉਂਕਿ ਸੁੱਖ ਅਤੇ ਦੁੱਖ ਜ਼ਿਆਦਾਤਰ ਇਸ ਮਾਰਗ 'ਤੇ, ਇਸ ਪੈਂਡੇ 'ਤੇ ਆਉਂਦੇ ਨੇ। ਮਨੁੱਖ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ। ਦੇਵਤਿਆਂ ਦੀ ਜ਼ਿੰਦਗੀ ਦੇ ਵਿੱਚ ਸੁੱਖ ਦੁੱਖ ਨਹੀਂ ਹੈ। ਉਹ ਬਿਲਕੁਲ ਆਨੰਦਮਈ ਜੀਵਨ ਜਿਹੜਾ ਆਪਣਾ ਉਹ ਬਤੀਤ ਕਰ ਰਹੇ ਨੇ। ਅਤੇ ਮਨੁੱਖ ਦੀ ਮੰਜ਼ਿਲ ਇਹੋ ਹੀ ਹੈ ਕਿ ਸੁੱਖ ਅਤੇ ਦੁੱਖ ਤੋਂ ਉੱਪਰ ਉੱਠਿਆ ਜਾਵੇ। ਜ਼ਿੰਦਗੀ ਦੇ ਵਿੱਚ ਕਦੇ ਦੁੱਖ ਆਉਣ ਹੀ ਨਾ, ਕਦੇ ਦੁੱਖ ਨਾ ਆਉਣ। ਤੋ ਜੇ ਇਹਨਾਂ ਦੁੱਖਾਂ ਤੋਂ ਸਦਾ ਵਾਸਤੇ
ਛੁਟਕਾਰਾ ਚਾਹੁੰਦਾ ਹੈ ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜਿਹੜੀ ਤੈਨੂੰ ਮਨੁੱਖਾ ਦੇਹੀ ਮਿਲੀ ਹੈ ਇਹਨੂੰ ਸਫ਼ਰ ਦੇ ਵਿੱਚ ਰੱਖੀ, ਇਹਨੂੰ ਚੱਲਦੀ ਫਿਰਦੀ ਰੱਖੀ, ਇਸ ਨੂੰ ਰੋਕਣ ਦੇ ਯਤਨ ਨਾ ਕਰੀ। ਇਹ ਰੁਕੇ ਨਾ ਇੱਕ ਜਗ੍ਹਾ 'ਤੇ। ਜੇ ਜ਼ਿੰਦਗੀ ਇੱਕ ਜਗ੍ਹਾ 'ਤੇ ਰੁਕ ਗਈ ਅਤੇ ਜ਼ਿੰਦਗੀ ਇੱਕੋ ਜਗ੍ਹਾ 'ਤੇ ਰੁਕਿਆ ਹੋਇਆ ਪਾਣੀ ਬਦਬੂਦਾਰ ਹੋ ਜਾਂਦਾ, ਸਮਾਂ ਪਾ ਕੇ ਜ਼ਿੰਦਗੀ ਤੇਰੀ ਬਦਬੂਦਾਰ ਹੋ ਜਾਏਗੀ, ਇਹਦੇ ਵਿੱਚੋਂ ਸੁਗੰਧ ਨਹੀਂ ਆਵੇਗੀ। ਲਗਾਤਾਰ ਇਸ ਮਾਰਗ 'ਤੇ, ਕਿਉਂਕਿ ਮਨੁੱਖ ਦੀ ਮੰਜ਼ਿਲ ਹੈ ਸੱਚ ਦੀ ਕਿ ਸੱਚ ਦੇ ਵਿੱਚ ਲੀਨ ਹੋ ਜਾਈਏ, ਦੁੱਖਾਂ ਤੋਂ ਛੁਟਕਾਰਾ ਮਿਲ ਜੇ। ਇਹ ਦੋ ਮੰਜ਼ਿਲਾਂ ਨੇ। ਦੁੱਖ ਤੋਂ ਛੁਟਕਾਰਾ ਮਿਲ ਸਕਦਾ ਹੈ ਜਿਸ ਦਿਨ ਮਨੁੱਖ ਦੀ ਅਵਸਥਾ ਉੱਚੀ ਹੋ ਜੇ, ਮਨੁੱਖ ਦੀ ਜਿਹੜੀ ਸੋਚਣੀ ਹੈ ਇਹ ਉੱਚੀ ਹੋ ਜਾਵੇ। ਉਸ ਦਿਨ ਦੁੱਖ ਭਾਵੇਂ ਕਿਤਨੇ ਵੀ ਹੋਣ, ਇਹ ਦੁੱਖਾਂ ਦੇ ਵਿੱਚ ਬਹੁਤਾ ਦੁਖੀ ਨਹੀਂ ਹੋਵੇਗਾ, ਫਿਰ ਵੀ ਇਹ ਆਨੰਦਮਈ ਜੀਵਨ ਹੈ ਜਿਹੜਾ ਉਹ ਆਪਣਾ ਬਤੀਤ ਕਰੇਗਾ। ਸੋ ਇੱਕ ਜ਼ਿੰਦਗੀ ਹੈ ਜਿਹੜੀ ਪਿਛਾਂ ਖੜੀ ਹੈ, ਜਿਹੜੇ ਇਸ ਮਾਰਗ 'ਤੇ ਨਹੀਂ ਚੱਲੇ। ਇੱਕ ਜ਼ਿੰਦਗੀ ਸਫ਼ਰ ਤੈਅ ਕਰਕੇ ਮੰਜ਼ਿਲ 'ਤੇ ਪਹੁੰਚ ਚੁੱਕੀ ਹੈ। ਮਨੁੱਖ ਦੀ ਐਸੀ ਜ਼ਿੰਦਗੀ ਹੈ ਜਿਹੜੀ ਇਸ ਵਕਤ ਇਹ ਮਾਰਗ 'ਤੇ ਚੱਲ ਰਹੀ ਹੈ। ਇਸ ਮਾਰਗ ਤੋਂ ਇਹ ਜ਼ਿੰਦਗੀ ਡੋਲੇ ਨਾ, ਮਨੁੱਖ ਬੜੇ ਸੁਚੱਜੇ ਢੰਗ ਦੇ ਨਾਲ ਇਹ ਜ਼ਿੰਦਗੀ ਦਾ ਸਫ਼ਰ ਤੈਅ ਕਰ ਲਏ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਪਵਿੱਤਰ ਗੁਰਬਾਣੀ ਇਸ ਮਾਰਗ 'ਤੇ ਚੱਲਣ ਦਾ ਗਿਆਨ ਬਖਸ਼ਦੀ ਹੈ। ਮਾਰਗ 'ਤੇ ਚੱਲਣਾ ਕਿਵੇਂ ਹੈ, ਔਰ ਜਿਹੜੇ ਅਕਾਲ ਪੁਰਖ ਮਹਾਰਾਜ ਜੀਆਂ ਦੀ ਗੁਰਬਾਣੀ ਦਾ ਹੁਕਮ ਮੰਨ ਕੇ ਮਾਰਗ 'ਤੇ ਚੱਲੇ ਨੇ, ਭਾਵੇਂ ਦੁਨੀਆ ਨੇ ਉਹਨਾਂ ਨੂੰ ਦੁਖੀ ਕਰਨ ਦਾ ਬੜਾ ਯਤਨ ਕੀਤਾ, ਪਰ ਉਹਨਾਂ ਨੂੰ ਕੋਈ ਦੁਖੀ ਨਹੀਂ ਕਰ ਸਕਿਆ। ਜਿਹੜੇ ਮਨੁੱਖ ਪਰਮਾਤਮਾ ਦੇ ਮਾਰਗ ਤੋਂ ਆਪਣੇ ਇਸ ਜ਼ਿੰਦਗੀ ਦੇ ਮਾਰਗ 'ਤੇ ਚੱਲ ਰਹੇ ਨੇ, ਪਰਮਾਤਮਾ ਦਾ ਹੁਕਮ ਨਹੀਂ ਮੰਨਦੇ, ਉਹ ਦੇਖਣ ਦੇ ਵਿੱਚ ਬੜੇ ਸੁਖੀ ਨੇ ਪਰ ਉਹ ਦੁਖੀ ਬਹੁਤ ਨੇ। ਉਹਨਾਂ ਨੂੰ ਕੋਈ ਸੁਖੀ, ਬਹੁਤੇ ਸੁੱਖ ਉਹਨਾਂ ਦੀ ਝੋਲੀ ਦੇ ਵਿੱਚ ਨਹੀਂ ਪੈਂਦੇ, ਉਹਨਾਂ ਨੂੰ ਕੋਈ ਸੁਖੀ ਨਹੀਂ ਕਰ ਸਕਦਾ। ਪਰਮਾਤਮਾ ਦੇ ਨਾਲ ਜੁੜਿਆ ਹੋਇਆ ਮਨੁੱਖ ਜਿਹੜਾ ਆਪਣੀ ਜ਼ਿੰਦਗੀ ਪਰਮਾਤਮਾ ਦੇ ਹੁਕਮ ਮੰਨ ਕੇ ਬਤੀਤ ਕਰ ਰਿਹਾ ਹੈ, ਉਹਨੂੰ ਕੋਈ ਦੁਖੀ ਨਹੀਂ ਕਰ ਸਕਦਾ। ਜਿਹੜਾ ਪਰਮਾਤਮਾ ਦਾ ਹੁਕਮ ਨਹੀਂ ਮੰਨਦਾ, ਉਹਨਾਂ ਦੇ ਕੋਲ ਭਾਵੇਂ ਕਿਤਨਾ ਵੀ ਧਨ ਹੋਵੇ, ਮਹਿਲ ਹੋਣ, ਕੁਛ ਵੀ ਹੋਵੇ ਉਹਨਾਂ ਦੇ ਕੋਲ, ਉਹਨਾਂ ਦੀ ਜ਼ਿੰਦਗੀ ਬਹੁਤੀ ਸੁਖੀ ਜ਼ਿੰਦਗੀ ਨਹੀਂ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੇਰੀ ਇਹੋ ਹੀ ਜ਼ਿੰਦਗੀ ਹੈ ਕਿ ਗੁਰੂ ਦੇ ਸ਼ਬਦ ਦਾ ਪੱਲਾ ਪਕੜ, ਇਹ ਪੱਲਾ ਪਕੜ ਕੇ ਤੂੰ ਨਿਰੰਤਰ ਆਪਣੀ ਜ਼ਿੰਦਗੀ ਨੂੰ ਇਸ ਮਾਰਗ 'ਤੇ ਚੱਲਦੀ ਰੱਖਣਾ ਹੈ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਹੈ ਤੇ ਇਸ ਮਾਰਗ 'ਤੇ ਚੱਲਣਾ ਕਠਨ, ਔਖਾ ਹੈ, ਪਰ ਜੇ ਨਿਰੰਤਰ ਚੱਲਦੇ ਰਹੇ ਤਾਂ ਇੱਕ ਜ਼ਿੰਦਗੀ ਤੈਨੂੰ ਇਹੋ ਜਿਹੀ ਪ੍ਰਾਪਤ ਹੋ ਜਾਵੇਗੀ ਜਿਹੜੀ ਬਿਲਕੁਲ ਦੇਵਤਿਆਂ ਜੈਸੀ ਹੋਊਗੀ। ਸੁੱਖ ਦੁੱਖ ਦਾ ਕੋਈ ਅਸਰ ਨਹੀਂ ਹੋਵੇਗਾ। ਮਨੁੱਖ ਦੇ ਜ਼ਿੰਦਗੀ ਦੇ ਵਿੱਚ ਬਦਲਾਅ ਆ ਜਾਂਦਾ ਹੈ ਜਦ ਗੁਰੂ ਦਾ ਸ਼ਬਦ ਮਨੁੱਖ ਦੇ ਅੰਦਰ ਘਰ ਕਰ ਜਾਵੇ। ਉਸ ਵਕਤ ਜ਼ਿੰਦਗੀ ਇਸ ਦੇ ਸਾਰੀ ਦੀ ਸਾਰੀ ਪਲਟ ਜਾਂਦੀ ਹੈ। ਕੋਈ ਸਰੀਰ ਦਾ ਅੰਗ ਤੇ ਨਹੀਂ ਬਦਲਦਾ, ਪਰ ਮਨੁੱਖ ਦੇ ਵਿਵਹਾਰ ਦੇ ਵਿੱਚ ਗੁਰਬਾਣੀ ਆ ਜਾਂਦੀ ਹੈ। ਮਨੁੱਖ ਦੀ ਬੋਲਣੀ, ਮਨੁੱਖ ਦਾ ਦੇਖਣਾ, ਮਨੁੱਖ ਦਾ ਚੱਲਣਾ, ਮਨੁੱਖ ਦਾ ਸੁਣਨਾ, ਇਹ ਸਾਰੇ ਵਿਵਹਾਰ ਦੇ ਵਿੱਚ ਗੁਰੂ ਦਾ ਸ਼ਬਦ ਆ ਜਾਂਦਾ ਹੈ, ਗੁਰੂ ਆਪ ਆ ਜਾਂਦਾ ਹੈ। ਫਿਰ ਇਹ ਮਨੁੱਖ ਦੀ ਜਿਹੜੀ ਮਨੁੱਖਾ ਹੋਂਦ ਹੈ ਉਹ ਖਤਮ ਹੋ ਜਾਂਦੀ ਹੈ। ਹੁਣ ਮਨੁੱਖ ਮਨੁੱਖ ਨਹੀਂ ਰਿਹਾ, ਹੁਣ ਮਨੁੱਖ ਦੀ ਦੇਹੀ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਗਿਆ ਹੈ।
ਤੇ ਜਿਸ ਦਿਨ ਮਨੁੱਖ ਦੇ ਵਿਵਹਾਰ ਦੇ ਵਿੱਚ ਗੁਰਬਾਣੀ ਆ ਜਾਂਦੀ ਹੈ, ਉਸ ਦਿਨ ਮਨੁੱਖ ਦੀ ਇਹ ਜੀਵਨ ਯਾਤਰਾ ਸਫਲ ਹੋ ਜਾਂਦੀ ਹੈ। ਇਹ ਜੀਵਨ ਯਾਤਰਾ ਜਿਉਂਦੇ ਜੀ ਸਫਲ ਹੁੰਦੀ ਹੈ। ਬੇਨੀ ਕਹੈ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ। ਜਦ ਮਨੁੱਖ ਮਰ ਜਾਂਦਾ ਹੈ, ਅਕਾਲ ਚਲਾਣਾ ਕਰ ਜਾਂਦਾ ਹੈ, ਮਰ ਕੇ ਕਦੇ ਕੋਈ ਪੂਰਾ ਨਹੀਂ ਹੋਇਆ। ਜਦ ਵੀ ਮਨੁੱਖ ਪੂਰਾ ਹੁੰਦਾ ਹੈ ਤੇ ਜਿਉਂਦੇ ਜੀ ਪਰਮਾਤਮਾ ਦੀ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਤੇਰਾ ਇਹ ਸਰੀਰ ਹੈ ਜਿਹੜਾ, ਇਸ ਤੋਂ ਪਹਿਲਾਂ ਕਿ ਆਪਣੇ ਇਹ ਘਰ ਦੇ ਵਿੱਚ ਪਹੁੰਚੇ, ਸਰੀਰ ਦੀ ਘਰ ਹੈ ਸ਼ਮਸ਼ਾਨ ਘਾਟ। ਮਨੁੱਖ ਦੇ ਮਨ ਦਾ ਜਿਹੜਾ ਹੈ ਘਰ ਹੈ ਉਹ ਪਰਮਾਤਮਾ ਦਾ ਘਰ। ਤੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 'ਤੇ ਇਹ ਸਵਾਲ ਇੱਕ ਪੰਡਤ ਨੇ ਕੀਤਾ ਸੀ, ਮਹਾਰਾਜ ਜੀ ਕਿਰਪਾ ਕਰਿਓ ਕਿ ਜਰਾ ਇਹ ਦੱਸਿਓ ਕਿ ਜੇ ਪਰਮਾਤਮਾ ਮਨੁੱਖ ਦੇ ਸਰੀਰ ਦੇ ਅੰਦਰ ਰਹਿੰਦਾ ਹੈ ਤੇ ਦਿਸਦਾ ਕਿਉਂ ਨਹੀਂ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਹਿਣ ਲੱਗੇ ਚਲੋ ਤੈਨੂੰ ਸ਼ਾਮ ਨੂੰ ਦੱਸਾਂਗੇ। ਸ਼ਾਮ ਦਾ ਵੇਲਾ ਆ ਗਿਆ, ਫਿਰ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਹਨੇਰਾ ਹੋ ਜਾਣ ਦੇ, ਤੈਨੂੰ ਫਿਰ ਦੱਸਾਂਗੇ। ਹਨੇਰਾ ਹੋ ਗਿਆ, ਫਿਰ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਤਾਰੇ ਚੜ੍ਹ ਜਾਣ ਦੇ, ਤੈਨੂੰ ਫਿਰ ਦੱਸਾਂਗੇ। ਤਾਰਿਆਂ ਨੂੰ ਉਡੀਕਦਾ ਰਿਹਾ, 2-4 ਤਾਰੇ ਅਸਮਾਨ ਵਿੱਚ ਦਿਸੇ ਤੇ ਫਿਰ ਚਲਿਆ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਚੰਦਰਮਾ ਚੜ੍ਹ ਜਾਣ ਦੇ, ਤੈਨੂੰ ਫਿਰ ਦੱਸਾਂਗੇ। ਅੱਧੀ ਰਾਤ ਦਾ ਸਮਾਂ ਜਦ ਚੰਦਰਮਾ ਚੜ੍ਹਿਆ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਕੋਲ ਪਹੁੰਚ ਗਿਆ। ਮਹਾਰਾਜ ਕਿਰਪਾ ਕਰਕੇ ਦੱਸੋ ਕਿ ਜੇ ਪਰਮਾਤਮਾ ਮਨੁੱਖ ਦੇ ਅੰਦਰ ਹੈ ਫਿਰ ਦਿਸਦਾ ਕਿਉਂ ਨਹੀਂ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ 2 ਘੜੇ ਮੰਗਵਾਏ। ਬੜਾ ਵਧੀਆ ਸੁਚੱਜੇ ਢੰਗ ਦੇ ਨਾਲ ਗੁਰੂ ਸਾਹਿਬ ਜੀ ਮਹਾਰਾਜ ਸਮਝਾਉਂਦੇ ਨੇ। 2 ਘੜੇ ਮੰਗਵਾਏ, ਦੋਨਾਂ ਦੇ ਵਿੱਚ ਪਾਣੀ ਪਵਾ ਲਿਆ। ਇੱਕ ਘੜੇ ਦੇ ਵਿੱਚ ਮਿੱਟੀ ਪਾ ਦਿੱਤੀ ਤੇ ਦੂਸਰੇ ਘੜੇ ਦੇ ਵਿੱਚ ਉਹੀ ਪਾਣੀ ਰਹਿਣ ਦਿੱਤਾ। ਪੰਡਤ ਜੀ ਕਹਿਣ ਲੱਗੇ ਤੁਸੀਂ ਹੁਣ ਦੇਖੋ ਕਿ ਇਸ ਘੜੇ ਦੇ ਵਿੱਚ ਚੰਦਰਮਾ ਕਿਹੜੇ ਘੜੇ ਦੇ ਵਿੱਚ ਦਿਸ ਰਿਹਾ ਹੈ। ਕਹਿਣ ਲੱਗੇ ਜੀ ਜਿਸ ਦੇ ਵਿੱਚ ਇਕੱਲਾ ਪਾਣੀ ਹੈ, ਦੂਸਰੇ ਵਿੱਚ ਨਹੀਂ ਦਿਸਦਾ। ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ ਕਹਿਣ ਲੱਗਿਆ ਮਹਾਰਾਜ ਦੂਸਰੇ ਦੇ ਵਿੱਚ ਨਹੀਂ ਦਿਸਦਾ, ਇਹਦੇ ਵਿੱਚ ਤੇ ਮਿੱਟੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਸਰੀਰ ਦੇ ਵਿੱਚ ਹਰ ਇੱਕ ਦੇ ਵਿੱਚ ਪਰਮਾਤਮਾ ਸਮਾਇਆ ਹੋਇਆ ਹੈ, ਪਰ ਦਿਸਦਾ ਉਸੇ ਨੂੰ ਹੈ ਜਿਸ ਨੇ ਆਪਣੇ ਜੀਵਨ ਦੇ ਵਿੱਚੋਂ ਵਿਸ਼ੇ ਵਿਕਾਰ ਖਤਮ ਕਰ ਦਿੱਤੇ, ਵਿਸ਼ੇ ਵਿਕਾਰ ਇੱਕ ਪਾਸੇ ਕਰ ਦਿੱਤੇ। ਸਵੱਛ ਪਾਣੀ ਦੀ ਤਰ੍ਹਾਂ ਜਿਨ੍ਹਾਂ ਦਾ ਜੀਵਨ ਹੈ ਉਹਨਾਂ ਨੂੰ ਪਰਮਾਤਮਾ ਦਿਸਦਾ ਹੈ। ਜਿਹਨੇ ਇਹ ਵਿਸ਼ੇ ਵਿਕਾਰਾਂ ਤੋਂ ਅਲੱਗ ਹੋ ਕੇ ਆਪਣਾ ਜੀਵਨ ਬਤੀਤ ਕਰਦੇ ਨੇ। ਚਰਨਾਂ 'ਤੇ ਟਹਿ ਪਿਆ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ। ਮਹਾਰਾਜ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ, ਬੜੇ ਆਸਾਨ ਤਰੀਕੇ ਦੇ ਨਾਲ ਸਮਝਾ ਦਿੱਤਾ ਹੈ ਗੁਰੂ ਸਾਹਿਬ ਜੀ ਮਹਾਰਾਜ ਨੇ। ਤਾਂ ਜ਼ਿੰਦਗੀ ਜਿੱਥੇ ਮਨੁੱਖ ਅਗਾਹਾਂ ਨੂੰ ਲੈ ਕੇ ਜਾਂਦਾ ਹੈ, ਤਾਂ ਇਸ ਮੰਜ਼ਿਲ 'ਤੇ ਸਫ਼ਰ ਤੈਅ ਕਰਦਿਆਂ ਕਰਦਿਆਂ ਨਾਲ ਇਸ ਗੱਲ ਤੋਂ ਮਨੁੱਖ ਨੂੰ ਬੜਾ ਸੁਚੇਤ ਰਹਿਣਾ ਪੈਂਦਾ ਹੈ ਕਿ ਜਿਹੜੇ ਇਹ ਪਦਾਰਥਵਾਦੀ ਯੁੱਗ ਦੇ ਵਿੱਚ ਵਿਸ਼ੇ ਵਿਕਾਰ ਨੇ, ਕਿਤੇ ਇਹ ਜ਼ਿੰਦਗੀ ਨੂੰ ਗਰਸ ਕੇ ਨਾ ਰੱਖ ਲੈਣ, ਵਰਨਾ ਜ਼ਿੰਦਗੀ ਅੱਧ ਵਿਚਕਾਰ ਰਹਿ ਜੂਗੀ। ਨਾ ਇਹ ਦੇਵਤਿਆਂ ਵਾਲੇ ਪਾਸੇ ਜਾਣੀ ਹੈ, ਨਾ ਇਹ ਪਸ਼ੂਆਂ ਵਾਲੀ ਸ਼੍ਰੇਣੀ ਦੇ ਵਿੱਚ ਆਉਣੀ ਹੈ। ਅੱਧ ਵਿਚਕਾਰ ਜ਼ਿੰਦਗੀ ਹੈ ਜਿਹੜੀ ਉਹ ਡੁੱਬ ਜਾਣੀ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਦੀ ਮੰਜ਼ਿਲ ਹੈ, ਇਹ ਵਿਚਕਾਰ ਦੀ ਮੰਜ਼ਿਲ ਹੈ, ਇਹ ਸਫ਼ਰ ਤੈਅ ਕਰ ਰਿਹਾ ਹੈ। ਔਰ ਇਹ ਸਫ਼ਰ ਤੈਅ ਕਰਨ ਵਾਸਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਅਕਾਲ ਪੁਰਖ ਦਾ ਨਿਧਾਨ ਖਜ਼ਾਨਾ ਇਹਦੀ ਝੋਲੀ ਦੇ ਵਿੱਚ ਪਾ ਦਿੱਤਾ ਹੈ ਕਿ ਇਸ ਦਾ ਸਹਾਰਾ ਲਈ, ਸਹਾਰਾ ਲੈ ਕੇ ਤੂੰ ਇਹ ਸਫ਼ਰ ਹੈ ਜਿਹੜਾ ਉਹ ਬੜੇ ਆਸਾਨ ਤਰੀਕੇ ਦੇ ਨਾਲ ਮੰਜ਼ਿਲ ਨੂੰ ਤੈਅ ਕਰ ਲਏਗਾ। ਜੇ ਗੁਰੂ ਦੇ ਸ਼ਬਦ ਦਾ ਸਹਾਰਾ ਨਾ ਲੈਤਾ, ਇਹ ਮੰਜ਼ਿਲ ਤੇਥੋਂ ਤੈਅ ਨਹੀਂ ਹੋਣੀ। ਫਿਰ ਇਹ ਬੜੀ ਤੈਨੂੰ ਕਠਿਨ ਲੱਗੇਗੀ, ਬੜਾ ਔਖਾ ਹੋਵੇਗਾ। ਗੁਰੂ ਦਾ ਸ਼ਬਦ ਦਾ ਸਹਾਰਾ ਲੈ ਲੈ, ਅੰਮ੍ਰਿਤ ਵੇਲੇ ਦਾ ਸਹਾਰਾ ਲੈ, ਗੁਰੂ ਦਾ ਨਾਮ ਸਿਮਰਨ ਬੰਦਗੀ ਕਰਨ ਵਾਸਤੇ ਸਹਾਰਾ ਲੈਂਦਾ ਰਹਿ। ਇੱਕ ਦਿਨ ਐਸਾ ਤੇਰੀ ਜ਼ਿੰਦਗੀ ਵਿੱਚ ਆਊਗਾ ਕਿ ਸਾਰਾ 24 ਘੰਟੇ ਹੀ ਤੇਰੇ ਵਾਸਤੇ ਅੰਮ੍ਰਿਤ ਵੇਲਾ ਬਣ ਜਾਊਗਾ, ਜਿਸ ਦਿਨ ਤੇਰੀ ਇਹ ਜ਼ਿੰਦਗੀ
ਅੰਮ੍ਰਿਤ ਦਾ ਰੂਪ ਹੀ ਬਣ ਜਾਵੇਗੀ। ਗੁਰੂ ਸਾਹਿਬ ਜੀ ਮਹਾਰਾਜ ਇਹ ਬਚਨ ਕਰਦੇ ਨੇ ਕਿ ਗੁਰੂ ਦੇ ਸ਼ਬਦ ਦਾ ਸਹਾਰਾ ਲੈ ਕੇ ਜਿਹੜੇ ਮਨੁੱਖ ਆਪਣਾ ਜੀਵਨ ਬਤੀਤ ਕਰਦੇ ਨੇ ਉਹਨਾਂ ਵਾਸਤੇ ਇਹ ਮੰਜ਼ਿਲ ਬੜੀ ਆਸਾਨ ਹੋ ਜਾਂਦੀ ਹੈ। ਆਸਾਨ ਤਰੀਕੇ ਦੇ ਨਾਲ ਇਹ ਸਫ਼ਰ ਤੈਅ ਕਰ ਲੈਂਦੇ ਨੇ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਅਸੀਂ ਸਾਰੀਆਂ ਸੰਗਤਾਂ ਰਲ ਮਿਲ ਕੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਸ਼ਬਦ ਦਾ ਸਹਾਰਾ ਲੈ ਕੇ ਨਿੱਤਾ ਪ੍ਰਤੀ ਅੰਮ੍ਰਿਤ ਵੇਲੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਆਪਣੇ ਜਨਮ ਦੇ ਕੁਝ ਪਲ ਸਫਲੇ ਕਰਦੇ ਹਾਂ। ਇੱਥੇ ਹੀ ਸਮਾਪਤੀ ਦਾ ਸਮਾਂ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪ੍ਰੇਮ ਸਤਿਕਾਰ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਪ੍ਰੇਮ ਦੇ ਨਾਲ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।